ਜੈ ਮਸੀਹ ਦੀ ਪਿਆਰੇ ਦਰਸ਼ਕੋ, ਦਿਸ਼ਾ ਪਰਿਵਰਤਨ ਦੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੱਕ ਵਾਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਦੋਸਤੋ, ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਅਸੀਂ ਪਰਮੇਸ਼ਰ ਦੇ ਦਾਸ ਡਾਕਟਰ ਡੇਵਿਡ ਜਰਮਾਇਆ ਦੇ ਨਾਲ ਬਾਈਬਲ ਵਿੱਚੋਂ ਪਾਲਣ ਪੋਸ਼ਣ ਦੇ ਉੱਤੇ ਲੜੀਵਾਰ ਅਧਿਐਨ ਕਰਦੇ ਆ ਰਹੇ ਹਾਂ। ਹੁਣ ਤੱਕ ਅਸੀਂ ਜਾਣਿਆ ਕਿ ਮਾਤਾ ਪਿਤਾ ਬਣਨਾ ਇੱਕ ਸੁਭਾਗ ਦੀ ਗੱਲ ਹੈ, ਪਰ ਇਸ ਦੇ ਨਾਲ ਹੀ ਇਹ ਇੱਕ ਵੱਡੀ ਚੁਣੌਤੀ ਵੀ ਹੈ, ਕਿਉਂਕਿ ਬੱਚਿਆਂ ਦਾ ਪਾਲਣ ਪੋਸ਼ਣ ਕਰਨਾ ਸੌਖਾ ਕੰਮ ਨਹੀਂ ਹੈ। ਪਰਮੇਸ਼ਰ ਚਾਹੁੰਦਾ ਹੈ ਕਿ ਸਾਡੇ ਬੱਚੇ, ਸਾਡੇ ਪਰਿਵਾਰ ਦੂਜੇ ਲੋਕਾਂ ਦੇ ਲਈ ਜੀਵਨ ਦੀ ਰੋਸ਼ਨੀ ਬਣਨ। ਪਰਮੇਸ਼ਰ ਆਪਣੇ ਰਾਜ ਨੂੰ ਫੈਲਾਉਣ ਦੇ ਲਈ ਪਰਿਵਾਰਾਂ ਦਾ ਇਸਤੇਮਾਲ ਕਰਨਾ ਚਾਹੁੰਦਾ ਹੈ। ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਇੱਕ ਆਦਰਸ਼ ਮਸੀਹੀ ਪਰਿਵਾਰ ਦੇ ਬਾਰੇ ਗੱਲਬਾਤ ਕਰ ਰਹੇ ਸੀ, ਜਿਸ ਦੇ ਵਿੱਚ ਅਸੀਂ ਉਸ ਪਰਿਵਾਰ ਦੀਆਂ ਖੂਬੀਆਂ ਨੂੰ ਵੇਖਿਆ ਕਿ ਕਿਵੇਂ ਉਹ ਵਿਸ਼ਵਾਸ ਦੇ ਨਾਲ ਚੱਲਦੇ ਅਤੇ ਉਸ ਦਾ ਇਸਤੇਮਾਲ ਕਰਦੇ ਸੀ। ਪਰਮੇਸ਼ਵਰ ਦੇ ਰਾਜ ਦੇ ਵਿਸਤਾਰ ਦੇ ਨਜ਼ਰੀਏ ਦੇ ਅਨੁਸਾਰ ਅਸੀਂ ਜਾਣਿਆ ਕਿ ਪੌਲੁਸ ਦੇ ਮਨ ਵਿੱਚ ਵਿਸ਼ਵਾਸ ਦਾ ਅਰਥ ਯਿਸੂ ਮਸੀਹ ਨੂੰ ਸੰਪੂਰਨਤਾ ਦੇ ਨਾਲ ਫੜੀ ਰੱਖਣਾ ਸੀ। ਦੋਸਤੋ, ਅੱਜ ਅਸੀਂ ਬੱਚਿਆਂ ਦੇ ਪਾਲਣ ਪੋਸ਼ਣ ਦੀ ਇਸ ਲੜੀ ਦੇ ਅਧੀਨ ਬਦਲਾਅ ਦੇ ਨਿਯਮਾਂ ਨੂੰ ਵੇਖਾਂਗੇ। ਦੋਸਤੋ, ਬਦਲਾਅ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਹੈ। ਸਮੇਂ ਦੇ ਅਨੁਸਾਰ ਸਾਡੇ ਜੀਵਨਾਂ ਦੇ ਵਿੱਚ ਬਦਲਾਅ ਆਉਣਾ ਸੁਭਾਵਿਕ ਹੈ। ਅੱਜ ਅਸੀਂ ਵੇਖਾਂਗੇ ਜਦ ਰੱਸੀ ਨੂੰ ਪੰਖ ਲੱਗ ਜਾਂਦੇ ਹਨ, ਜਦ ਖਿਆਲ ਪੂਰੇ ਹੋ ਜਾਂਦੇ ਹਨ। ਅੱਜ ਦੇ ਇਸ ਦਿਸ਼ਾ ਪਰਿਵਰਤਨ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਕਰਦਾ ਹਾਂ। ਅੱਜ ਦੇ ਪ੍ਰੋਗਰਾਮ ਦੀ ਰੂਪਰੇਖਾ ਕੁਝ ਇਸ ਤਰ੍ਹਾਂ ਹੈ। ਜਦ ਰੱਸੀ ਨੂੰ ਪੰਖ ਲੱਗ ਜਾਂਦੇ ਹਨ, ਜਦ ਖਿਆਲ ਪੂਰੇ ਹੋ ਜਾਂਦੇ ਹਨ। ਨੰਬਰ 1, ਦਰਸ਼ਨ ਹੀ ਸਭ ਕੁਝ ਹੈ। ਨੰਬਰ 2, ਦੇਰ ਨਾਲ ਕੀਤੀ ਗਈ ਪ੍ਰਤੀਕਿਰਿਆ ਮਾਂ-ਬਾਪ ਲਈ ਦੁਖਦਾਇਕ ਹੁੰਦੀ ਹੈ। ਨੰਬਰ 3, ਪਰਿਵਾਰ ਵਿੱਚ ਦੁੱਖ ਦਾ ਆਉਣਾ ਇੱਕ ਆਮ ਗੱਲ ਹੈ। ਨੰਬਰ 4, ਪ੍ਰਾਰਥਨਾ ਹੀ ਸਭ ਤੋਂ ਵੱਡੀ ਚੀਜ਼ ਹੈ ਜੋ ਤੁਸੀਂ ਕਰ ਸਕਦੇ ਹੋ। ਨੰਬਰ 5, ਮਾਂ-ਬਾਪ ਨੂੰ ਜ਼ਰੂਰਤ ਹੈ ਕਿ ਨੇੜੇ ਰਹਿਣ ਦੀ ਕੋਸ਼ਿਸ਼ ਕਰਨ। ਨੰਬਰ 6, ਬੱਚਿਆਂ ਦੀ ਵਾਪਸੀ ਲਈ ਯੋਜਨਾ ਬਣਾਉਣ। ਨੰਬਰ 7, ਆਪਣੇ ਜੀਵਨ ਨੂੰ ਇੱਕ ਵਾਰ ਫਿਰ ਸੁਧਾਰਨ। ਨੰਬਰ 8, ਮਾਂ-ਬਾਪ ਹਮੇਸ਼ਾ ਮਾਂ-ਬਾਪ ਹੀ ਰਹਿੰਦੇ ਹਨ। ਫੋਰਟ ਲਾਡਰਡੇ ਹਵਾਈ ਅੱਡੇ ਤੇ ਮੈਂ ਆਪਣੀ ਬੇਟੀ ਜੈਨੀਫਰ ਨੂੰ ਗਲੇ ਲਗਾਇਆ ਅਤੇ ਚੁੰਮਿਆ ਜਦ ਉਹ ਜਹਾਜ਼ ਤੇ ਵਾਪਸ ਆਪਣੀ ਪੜ੍ਹਾਈ ਪੂਰੀ ਕਰਨ ਲਈ ਆਹੀਓ ਜਾ ਰਹੀ ਸੀ। ਤਦ ਮੈਂ ਆਪਣਾ ਹੱਥ ਆਪਣੇ ਵੱਡੇ ਬੇਟੇ ਡੇਵਿਡ ਵੱਲ ਵਧਾਇਆ ਅਤੇ ਹੌਸਲਾ ਦੇ ਕੇ ਫਿਰ ਉਸ ਦੀ ਪਤਨੀ ਕੈਮੀ ਨੂੰ ਗਲੇ ਲਗਾ ਕੇ ਚੁੰਮਿਆ, ਜੋ ਕਿ ਆਪਣੇ ਘਰ ਵਾਪਸ ਕੈਰੋਲਿਨਾ, ਅਮਰੀਕਾ ਦੇ 에ਅਰਲਾਈਨ ਫਲਾਈਟ ਵਿੱਚ ਜਾ ਰਹੇ ਸਨ। ਇਸ ਤਰ੍ਹਾਂ ਅਸੀਂ 7 ਤੋਂ 4 ਜਣੇ ਰਹਿ ਗਏ ਅਤੇ ਵਾਪਸੀ ਸੈਨ-ਡਿਏਗੋ ਵੱਲ ਚੱਲ ਪਏ ਅਤੇ ਦੁਪਹਿਰ ਵੇਲੇ ਅਸੀਂ ਆਪਣੀ ਛੋਟੀ ਲੜਕੀ ਜੇਨ ਨੂੰ ਕੋਲੋਰਾਡੋ ਵਿੱਚ ਉਤਾਰ ਦਿੱਤਾ ਅਤੇ ਮੈਂ ਉਸ ਨੂੰ ਉਸ ਦੇ ਘਰ ਦੇ ਦਰਵਾਜ਼ੇ ਤੱਕ ਛੱਡਣ ਗਿਆ ਅਤੇ ਉਸ ਨੂੰ ਗਲੇ ਲਗਾਇਆ। ਉਹ ਆਪਣੇ ਘਰ ਚਲੀ ਗਈ ਅਤੇ ਹੁਣ ਅਸੀਂ 3 ਜਣੇ ਬਚ ਗਏ। ਦੋਨਾ ਅਤੇ ਦਾਨੀਅਲ ਅਤੇ ਮੈਂ ਵਾਪਸ ਆਪਣੇ ਘਰ ਵੱਲ ਚੱਲ ਪਏ। ਇਹ ਘਰ ਉਹੀ ਘਰ ਸੀ ਜਦ ਉਹ ਉਹਨਾਂ ਦੀ ਬੇਟੀ ਜੈਨੀਫਰ ਇਸ ਸਾਲ ਦੇ ਸ਼ੁਰੂ ਵਿੱਚ ਛੱਡ ਕੇ ਕਾਲਜ ਗਈ ਸੀ। ਇਹ ਉਹੀ ਘਰ ਹੈ ਜਿੱਥੇ ਅਸੀਂ ਪੂਰਾ ਹਫ਼ਤਾ ਪਰਿਵਾਰ ਦੇ ਸਾਹਮਣੇ ਲੋਕਾਂ ਨਾਲ ਮੌਜ ਕੀਤੀ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਅਸੀਂ ਰਾਤ ਦੇ ਵੇਲੇ ਖਾਣਾ ਇਕੱਠੇ ਖਾਂਦੇ ਸੀ। 7 ਦਿਨ 7 ਰਾਤਾਂ ਅਸੀਂ ਸਭਾਂ ਨੇ ਮਿਲ ਕੇ ਇੱਕੋ ਹੀ ਟੇਬਲ ਤੇ ਖਾਣਾ ਖਾਧਾ ਸੀ। ਇਹ ਜ਼ਰਮੀਆ ਪਰਿਵਾਰ ਲਈ ਇੱਕ ਯਾਦ ਰਹਿਣ ਵਾਲਾ ਹਫ਼ਤਾ ਸੀ। ਇਹ ਹਫ਼ਤਾ ਕਲੀਸਿਆ ਲਈ ਵੀ ਇੱਕ ਯਾਦਗਾਰ ਹੈ, ਕਿਉਂਕਿ ਉਹ ਰੋਜ਼ਾਨਾ ਸਾਨੂੰ ਅਤੇ ਸਾਡੇ ਬੱਚਿਆਂ ਨੂੰ ਮਿਲਣ ਵਾਸਤੇ ਆਉਂਦੇ ਸੀ ਅਤੇ ਢੇਰ ਸਾਰੇ ਤੋਹਫੇ ਦਿੰਦੇ ਸੀ। ਸਾਨੂੰ ਇਸ ਤਰ੍ਹਾਂ ਲੱਗਦਾ ਸੀ ਕਿ ਅਸੀਂ ਹੁਣ ਕਦੇ ਵੀ ਅਲੱਗ ਨਹੀਂ ਹੋਵਾਂਗੇ। ਮੈਂ ਸੋਚਦਾ ਹਾਂ ਠੀਕ ਇਸ ਤਰ੍ਹਾਂ ਹੀ ਦੂਜੇ ਪਰਿਵਾਰ ਵਿੱਚ ਵੀ ਇਸੇ ਤਰ੍ਹਾਂ ਹੁੰਦਾ ਹੈ, ਜਦ ਉਹ ਸਾਡੇ ਵਾਂਗੂ ਇਕੱਠੇ ਹੁੰਦੇ ਹਨ। ਪਰ ਇੱਕ ਦਿਨ ਆਉਂਦਾ ਹੈ ਜਦ ਉਹਨਾਂ ਦੀ ਆਪਸੀ ਗੱਲਬਾਤ ਖਤਮ ਹੋਣ ਜਾ ਰਹੀ ਹੁੰਦੀ ਹੈ। ਇਸ ਤਰ੍ਹਾਂ ਹੀ ਸਾਡੇ ਪਰਿਵਾਰ ਵਿੱਚ ਹੋਇਆ। ਸ਼ਨੀਵਾਰ ਨੂੰ ਹੁਣ 3 ਜਣਿਆਂ ਤੱਕ ਹੀ ਗੱਲਬਾਤ ਰਹਿ ਗਈ। ਮੈਂ ਤੁਹਾਡੇ ਬਾਰੇ ਤਾਂ ਨਹੀਂ ਜਾਣਦਾ, ਪਰ ਆਪਣੇ ਬਾਰੇ ਦੱਸਦਾ ਹਾਂ ਕਿ ਇਸ ਘਟਨਾ ਵਿੱਚ ਮੈਂ ਬਹੁਤ ਦੁਖੀ ਸੀ। ਮੈਨੂੰ ਚੰਗਾ ਨਹੀਂ ਲੱਗ ਰਿਹਾ ਸੀ ਕਿ ਜਿਹੜੇ 4 ਬੱਚਿਆਂ ਨੂੰ ਮੈਂ 25 ਸਾਲ ਆਪਣੇ ਨਾਲ ਰੱਖ ਕੇ ਪਾਲਿਆ ਸੀ ਅਤੇ ਹੁਣ ਉਹ ਇੱਕੋ ਹੀ ਸਮੇਂ ਸਾਨੂੰ ਛੱਡ ਕੇ ਆਪਣੇ ਜੀਵਨ ਲਈ ਚਲੇ ਗਏ। ਮੈਂ ਸੋਚ ਰਿਹਾ ਹਾਂ ਕਿ ਇਸ ਤਰ੍ਹਾਂ ਦਾ ਵਿਚਾਰ ਕਿਸ ਤਰ੍ਹਾਂ ਅਤੇ ਕਿੱਥੋਂ ਆਇਆ। ਠੀਕ ਹੈ, ਇਸ ਪ੍ਰਸ਼ਨ ਦਾ ਉੱਤਰ ਪਰਮੇਸ਼ਰ ਦੇ ਵਚਨ ਤੋਂ ਮੈਂ ਦਿੰਦਾ ਹਾਂ।
ਕਿਉਂਕਿ ਮੈਂ ਸਮਝ ਗਿਆ ਹਾਂ ਕਿ ਇਹ ਵਿਚਾਰ ਕਿਸ ਦਾ ਹੈ। ਉਤਪੱਤੀ 2 ਅਧਿਆਇ 24 ਵਚਨ ਇਸ ਤਰ੍ਹਾਂ ਦੱਸਦੇ ਹਨ। ਤੁਹਾਨੂੰ ਜ਼ਰੂਰਤ ਹੈ ਸਿਰਫ ਸੁਣਨ ਦੀ, ਕਿਉਂਕਿ ਮੈਂ ਚਾਹੁੰਦਾ ਹਾਂ ਤੁਸੀਂ ਇਹ ਸ਼ਬਦ ਸੁਣੋ। ਸੋ ਮਰਦ ਆਪਣੇ ਮਾਪੇ ਛੱਡ ਕੇ ਆਪਣੀ ਤੀਵੀਂ ਨਾਲ ਮਿਲਿਆ ਰਹੇਗਾ ਅਤੇ ਉਹ ਇੱਕ ਸਰੀਰ ਹੋਣਗੇ। ਉਦਾਸੀ ਜੋ ਕਦੇ ਅਸੀਂ ਮਹਿਸੂਸ ਕਰਦੇ ਹਾਂ, ਦੁੱਖ ਦਾ ਜਿਸ ਦਾ ਕਦੇ ਅਸੀਂ ਮਹਿਸੂਸ ਕਰਦੇ ਹਾਂ, ਜਾਂ ਚਿੰਤਾ ਤੇ ਭੈ ਜੋ ਸਾਡਾ ਦਿਲ ਮਹਿਸੂਸ ਕਰਦਾ ਹੈ ਜਦ ਸਾਡੇ ਬੱਚੇ ਹਾਈ ਸਕੂਲ ਵਿੱਚ ਜਾਂਦੇ ਹਨ, ਇਹ ਸਭ ਪਿਤਾ ਪਰਮੇਸ਼ਰ ਦਾ ਹੀ ਵਿਚਾਰ ਸੀ। ਇਹ ਉਹੀ ਪਿਤਾ ਪਰਮੇਸ਼ਰ ਸੀ ਜੋ ਅਨੰਤ ਕਾਲ ਤੋਂ ਆਪਣੇ ਪੁੱਤਰ ਨਾਲ ਸਹਿਭਾਗਤਾ ਕਰਦਾ ਸੀ ਅਤੇ ਸਾਡੇ ਪਿਆਰ ਦੇ ਲਈ ਉਸ ਨੇ ਉਸ ਨੂੰ 33 ਸਾਲ ਲਈ ਆਪਣੇ ਤੋਂ ਦੂਰ ਕਰ ਦਿੱਤਾ, ਜਗਤ ਵਿੱਚ ਭੇਜ ਦਿੱਤਾ। ਮੈਂ ਇਸ ਹਫ਼ਤੇ ਇੱਕ ਲੇਖਕ ਦਾ ਲੇਖ ਪੜ੍ਹਿਆ ਜੋ ਇਸ ਤਰ੍ਹਾਂ ਬਿਆਨ ਕਰਦਾ ਹੈ, ਪ੍ਰਭੂ ਜੀ, ਜੇ ਇਹ ਸਭ ਕੁਝ ਤੇਰੇ ਵੱਲੋਂ ਹੁੰਦਾ ਹੈ ਤਾਂ ਫਿਰ ਅਸੀਂ ਕਿਉਂ ਇੰਨੇ ਦੁਖੀ ਹੋ ਜਾਂਦੇ ਹਾਂ ਜਦ ਸਾਡੇ ਬੱਚੇ ਸਾਡੇ ਕੋਲੋਂ ਦੂਰ ਜਾਂਦੇ ਹਨ, ਜਿਸ ਤਰ੍ਹਾਂ ਤੂੰ ਕੀਤਾ। ਜਦ ਸਾਡੇ ਨਾਲ ਇਸ ਤਰ੍ਹਾਂ ਹੁੰਦਾ ਹੈ ਤਾਂ ਸਾਨੂੰ ਇਸ ਦੀ ਕੀਮਤ ਦੁੱਖ ਸਹਿ ਕੇ ਚੁਕਾਉਣੀ ਪੈਂਦੀ ਹੈ। ਲੇਖਕ ਆਖਦਾ ਹੈ, ਮੈਨੂੰ ਇੰਜ ਲੱਗਦਾ ਹੈ ਕਿ ਮੇਰੇ ਕੰਨ ਵਿੱਚ ਹੌਲੀ ਜਿਹੀ ਆਵਾਜ਼ ਆਉਂਦੀ ਹੈ, ਹਾਂ ਮੇਰੇ ਪੁੱਤਰ, ਕਿਉਂਕਿ ਪ੍ਰੇਮ ਦੀ ਕੀਮਤ ਹੁੰਦੀ ਹੈ। ਤੁਹਾਨੂੰ ਪ੍ਰੇਮ ਕਰਨ ਲਈ ਮੈਨੂੰ ਆਪਣੇ ਪੁੱਤਰ ਦੀ ਕੀਮਤ ਦੇਣੀ ਪਈ। 33 ਸਾਲ ਲਈ ਆਪਣੇ ਪੁੱਤਰ ਨੂੰ ਮੈਂ ਆਪਣੇ ਤੋਂ ਅਲੱਗ ਕੀਤਾ। ਮੈਂ ਇਹ ਬਹਾਨਾ ਨਹੀਂ ਕਰਦਾ, ਮੈਂ ਇਸ ਪੂਰੀ ਪ੍ਰਕਿਰਿਆ ਦੇ ਬਾਰੇ ਨਿਪੁੰਨ ਹਾਂ। ਸੱਚ ਗੱਲ ਤਾਂ ਇਹ ਹੈ, ਦੋਨਾਂ ਅਤੇ ਮੈਂ ਪੂਰੀ ਤਰ੍ਹਾਂ ਸਹੀ ਉੱਤਰ ਨਹੀਂ ਦੇ ਸਕਦੇ ਜਦ ਲੋਕ ਸਾਨੂੰ ਆ ਕੇ ਪੁੱਛਦੇ ਹਨ ਕਿ ਇਸ ਦੁੱਖ ਦੇ ਕਾਰਨ ਸਾਡੇ ਅੰਦਰ ਪਰੇਸ਼ਾਨੀ ਕਿਉਂ ਆਉਂਦੀ ਹੈ। ਤਰ੍ਹਾਂ ਤਰ੍ਹਾਂ ਦੇ ਵਿਚਾਰ ਲੋਕ ਸਾਡੇ ਨਾਲ ਬਣਦੇ ਹਨ। ਕੁਝ ਆਖਦੇ ਹਨ ਕਿ ਉਹ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦੇ ਹਨ। ਕੁਝ ਹੋਰ ਆ ਕੇ ਇਸ ਤਰ੍ਹਾਂ ਆਖਦੇ ਹਨ ਕਿ ਇਹ ਸਮੇਂ ਸਾਨੂੰ ਦੂਸਰੇ ਹਨੀਮੂਨ ਦੀ ਤਰ੍ਹਾਂ ਹੀ ਜਾਪਦਾ ਹੈ। ਤਦ ਕੁਝ ਬਜ਼ੁਰਗ ਇਸ ਤਰ੍ਹਾਂ ਆਖਦੇ ਹਨ ਕਿ ਸੰਸਾਰ ਵਿੱਚ ਇਸ ਤੋਂ ਵੱਧ ਕੋਈ ਖੁਸ਼ੀ ਨਹੀਂ ਕਿ ਅਸੀਂ ਦਾਦਾ ਦਾਦੀ ਬਣ ਗਏ ਹਾਂ। ਪਰ ਇੱਕ ਚੀਜ਼ ਜੋ ਸਾਨੂੰ ਦੱਸਦੀ ਹੈ ਔਰ ਸਾਨੂੰ ਜਾਣਨ ਦੀ ਜ਼ਰੂਰਤ ਹੈ ਕਿ ਉਹ ਪੱਕੀ ਹੈ, ਇਹ ਸਮੇਂ ਬਦਲਾਅ ਦਾ ਹੈ। C.S. ਲੂਇਸ ਨੇ ਇੱਕ ਵਾਰ ਲਿਖਿਆ, ਸਮੇਂ ਵਿੱਚ ਰਹਿਣ ਦਾ ਮਤਲਬ ਹੈ ਬਦਲਾਓ, ਕਿਉਂਕਿ ਸਮੇਂ ਬਦਲਦਾ ਹੈ। ਮੈਂ ਨਹੀਂ ਜਾਣਦਾ ਕਿ ਤੁਹਾਡੇ ਸਭਨਾਂ ਨਾਲ ਕੀ ਹੁੰਦਾ ਹੈ, ਪਰ ਮੇਰੇ ਲਈ ਬਦਲਾਓ ਮੁਸ਼ਕਲ ਹੁੰਦਾ ਹੈ। ਇਸ ਤਰ੍ਹਾਂ ਲੱਗਦਾ ਹੈ ਜਿਵੇਂ ਕਿਸੇ ਮਸ਼ੀਨ ਵਿੱਚ ਪੈ ਕੇ ਨਿਚੋੜ ਦਿੱਤਾ ਗਿਆ। ਇਸ ਤਰ੍ਹਾਂ ਦੀ ਸੋਚ ਤੋਂ ਵੀ ਡਰ ਲੱਗਦਾ ਹੈ। ਐਰਮਾ ਬਿਵੇਕ ਲਿਖਦੀ ਹੈ, ਜਿਸ ਦਿਨ ਮੈਂ ਆਪਣੀ ਬੇਟੀ ਨੂੰ ਕਿੰਡਰਗਾਰਟਨ ਲਈ ਬੱਸ ਵਿੱਚ ਬਿਠਾਇਆ, ਆਖਦੀ ਹਾਂ, ਮੇਰਾ ਸਭ ਕੁਝ ਬੱਸ ਵਿੱਚ ਚਲਾ ਗਿਆ ਹੈ। ਤੁਹਾਡੇ ਵਿੱਚੋਂ ਕਈ ਲੋਕਾਂ ਦੇ ਜੀਵਨ ਵਿੱਚ ਇਸ ਤਰ੍ਹਾਂ ਦਾ ਪਰਿਵਰਤਨ ਆਇਆ ਹੋਵੇਗਾ, ਜਿਸ ਨੂੰ ਅਸੀਂ ਆਖਦੇ ਹਾਂ ਬਦਲਾਓ। ਜਦ ਰੱਸੀ ਨੂੰ ਪੰਖ ਲੱਗ ਜਾਂਦੇ ਹਨ ਤਾਂ ਅਸੀਂ ਕੀ ਕਰਦੇ ਹਾਂ? ਅਸੀਂ ਇਸ ਦੀ ਤਿਆਰੀ ਕਿਸ ਤਰ੍ਹਾਂ ਕਰਦੇ ਹਾਂ? ਮੈਂ ਚਾਹੁੰਦਾ ਹਾਂ ਕਿ ਤੁਹਾਨੂੰ ਦੱਸ ਸਕਾਂ ਕਿ ਬਾਈਬਲ ਵਿੱਚ ਇੱਕ ਅਧਿਆਇ ਹੈ ਜਾਂ ਉੱਥੇ ਇੱਕ ਵਿਸ਼ੇਸ਼ ਕਹਾਣੀ ਹੈ ਜਿਸ ਨੂੰ ਅਸੀਂ ਵੇਖ ਸਕਦੇ ਹਾਂ, ਜੋ ਸਾਨੂੰ ਜੀਵਨ ਦੇ ਇਸ ਮੌਕੇ ਲਈ ਉੱਤਰ ਦਿੰਦੀ ਹੈ ਅਤੇ ਕੁਝ ਤਰੀਕੇ ਦੱਸਦੀ ਹੈ। ਮੈਂ ਵਿਸ਼ਵਾਸ ਕਰਦਾ ਹਾਂ ਜਿੰਨੇ ਵੀ ਨਿਯਮ ਹਨ ਉਹ ਸਭ ਪਰਮੇਸ਼ਰ ਦੇ ਵਚਨ ਵਿੱਚ ਹਨ ਅਤੇ ਉਹ ਸਭ ਪਰਮੇਸ਼ਰ ਦੇ ਵਚਨ ਦੇ ਅਨੁਸਾਰ ਹਨ, ਪਰ ਸਾਨੂੰ ਉਹਨਾਂ ਤੇ ਭਰੋਸਾ ਕਰਨਾ ਚਾਹੀਦਾ ਹੈ। ਪਰਮੇਸ਼ਰ ਦਾ ਵਚਨ ਉਸ ਸਮੇਂ ਵਿੱਚ ਲਿਖਿਆ ਗਿਆ ਜਦ ਲੋਕ ਇਸ ਤਰ੍ਹਾਂ ਹੀ ਜਾਂਦੇ ਸੀ, ਪਰ ਬਹੁਤ ਦੂਰ ਨਹੀਂ ਜਾਂਦੇ ਸੀ। ਉਹ ਪਰਿਵਾਰਿਕ ਰਿਸ਼ਤੇਦਾਰੀ ਵਿੱਚ ਹੀ ਜਾਂਦੇ ਸਨ। ਉਹ ਪਰਿਵਾਰਿਕ ਰਿਸ਼ਤੇਦਾਰੀ ਵਿੱਚ ਹੀ ਰਹਿੰਦੇ ਸਨ। ਪੁਰਾਣੇ ਅਤੇ ਨਵੇਂ ਨੇਮ ਦੇ ਸਮੇਂ ਦੀ ਤਰ੍ਹਾਂ ਅੱਜ ਉਸ ਤਰ੍ਹਾਂ ਨਹੀਂ ਹੈ। ਜਦ ਇੱਕ ਜੋੜਾ ਘਰ ਤੋਂ ਹਜ਼ਾਰਾਂ ਮੀਲ ਦੂਰ ਜਾ ਕੇ ਯੂਨੀਵਰਸਿਟੀ ਵਿੱਚ ਜਾ ਕੇ ਮਿਲਦਾ ਹੈ, ਇਸ ਤਰ੍ਹਾਂ ਘਰਾਂ ਤੋਂ ਹਜ਼ਾਰਾਂ ਮੀਲ ਦੂਰ ਜਾ ਕੇ ਸ਼ਾਦੀ ਕਰ ਲੈਂਦੇ ਹਨ। ਅਤੇ ਹੁਣ ਮੈਂ ਚਾਹੁੰਦਾ ਹਾਂ ਤੁਹਾਡੇ ਨਾਲ ਆਪਣੇ ਵਿਚਾਰ ਵੰਡਣ ਲਈ ਕੁਝ ਸਮੇਂ ਲਵਾਂ ਅਤੇ ਕੁਝ ਸਿਧਾਂਤ ਜੋ ਮੇਰੇ ਆਪਣੇ ਤਜਰਬੇ ਤੋਂ ਹਨ ਅਤੇ ਕੁਝ ਚੀਜ਼ਾਂ ਜੋ ਮੈਂ ਪਰਮੇਸ਼ਰ ਦੇ ਵਚਨ ਦੇ ਆਤਮਿਕ ਸੱਚਾਈਆਂ ਤੋਂ ਸਿੱਖੀਆਂ ਹਨ, ਉਹਨਾਂ ਬਾਰੇ ਗੱਲਬਾਤ ਕਰਾਂ। ਨੰਬਰ 1, ਦਰਸ਼ਨ ਹੀ ਸਭ ਕੁਝ ਹੈ। ਮੈਂ ਪਹਿਲਾ ਸਿਧਾਂਤ ਦੇ ਬਾਰੇ ਗੱਲਬਾਤ ਸ਼ੁਰੂ ਕਰਦਾ ਹਾਂ ਜੋ ਇਸ ਤਰ੍ਹਾਂ ਹੈ, ਦਰਸ਼ਨ ਹੀ ਸਭ ਕੁਝ ਹੈ। ਜੇ ਅਸੀਂ ਸਹੀ ਦਰਸ਼ਨ ਲੈ ਕੇ ਚੱਲਦੇ ਹਾਂ ਤਾਂ ਇਹ ਇੱਕ ਪੱਕੀ ਗੱਲ ਹੈ। ਇਹ ਸਾਡੀ ਬਹੁਤ ਸਹਾਇਤਾ ਕਰਦਾ ਹੈ। ਮਾਂ-ਬਾਪ ਲਈ ਇੱਕ ਸਹੀ ਦਰਸ਼ਨ ਦਾ ਜਨਮ ਸ਼ਾਸਤਰ ਦੀ ਕਿਤਾਬ ਦੀ ਇੱਕ ਐਤ ਵਿੱਚ ਹੈ। ਜ਼ਬੂਰ 127 3 ਵਚਨ ਜੋ ਦੱਸਦਾ ਹੈ, ਬੱਚੇ ਪਰਮੇਸ਼ਰ ਵੱਲੋਂ ਮਿਰਾਸ ਹਨ। ਬੱਚੇ ਪਰਮੇਸ਼ਰ ਵੱਲੋਂ ਸਾਡੇ ਲਈ ਉਪਹਾਰ ਹਨ। ਉਹ ਸਾਡੀ ਮਲਕੀਅਤ ਹਨ। ਉਹ ਸਾਡੇ ਆਪਣੇ ਲਏ ਹੋਏ ਨਹੀਂ ਹਨ, ਪਰ ਪਰਮੇਸ਼ਰ ਨੇ ਸਾਨੂੰ ਇਸ ਲਈ ਦਿੱਤੇ ਹਨ ਕਿ ਅਸੀਂ ਉਹਨਾਂ ਦੀ ਮੁਖਤਿਆਰੀ ਕਰੀਏ। ਇਸ ਤੋਂ ਅਸੀਂ ਇਹ ਸਮਝ ਸਕਦੇ ਹਾਂ ਕਿ ਅਸੀਂ 20 ਸਾਲ ਤੱਕ ਉਹਨਾਂ ਦੇ ਜੀਵਨ ਦੀ ਮੁਖਤਿਆਰੀ ਕਰਨੀ ਹੈ ਅਤੇ ਉਸ ਤੋਂ ਬਾਅਦ ਉਹਨਾਂ ਨੇ ਉਹ ਕਰਨਾ ਹੈ ਜਿਸ ਲਈ ਪਰਮੇਸ਼ਰ ਨੇ ਉਹਨਾਂ ਨੂੰ ਬੁਲਾਇਆ ਹੈ।
ਜਦ ਅਸੀਂ ਇੱਕ ਉਪਹਾਰ ਅਤੇ ਇੱਕ ਮਲਕੀਅਤ ਦੇ ਅੰਤਰ ਨੂੰ ਸਮਝਣ ਦੀ ਗਲਤੀ ਕਰ ਲੈਂਦੇ ਹਾਂ ਤਾਂ ਸਭ ਕੁਝ ਗੜਬੜ ਹੋ ਜਾਂਦਾ ਹੈ। ਸਾਡੇ ਦਿਮਾਗ ਵਿੱਚ ਆਪਣੇ ਬੱਚਿਆਂ ਦੇ ਪ੍ਰਤੀ ਇਹ ਗਲਤੀ ਹੋ ਜਾਂਦੀ ਹੈ। ਮੈਂ ਪਰਮੇਸ਼ਰ ਦੇ ਵਚਨ ਦਾ ਵਿਦਿਆਰਥੀ ਹੋਣ ਦੇ ਨਾਤੇ ਦੱਸਣਾ ਚਾਹੁੰਦਾ ਹਾਂ, ਜੇ ਅਸੀਂ ਜੀਵਨ ਵਿੱਚ ਇਹੋ ਜਿਹੀ ਗਲਤੀ ਨਾ ਕਰੀਏ ਤਾਂ ਸਾਡੇ ਲਈ ਬਦਲਾਅ ਆਸਾਨ ਹੋ ਜਾਂਦਾ ਹੈ। ਟੋਜ਼ਰ ਨੇ ਇੱਕ ਵਾਰ ਇਹ ਸ਼ਬਦ ਲਿਖੇ, ਉਸਨੇ ਆਖਿਆ, ਹਰ ਚੀਜ਼ ਸੁਰੱਖਿਅਤ ਹੈ ਜੋ ਅਸੀਂ ਉਸ ਨੂੰ ਸਮਰਪਣ ਕਰਦੇ ਹਾਂ, ਅਤੇ ਕੁਝ ਵੀ ਸੁਰੱਖਿਅਤ ਨਹੀਂ ਜੇ ਉਸ ਨੂੰ ਸਮਰਪਣ ਨਹੀਂ ਕਰਦੇ। ਕੀ ਤੁਸੀਂ ਕਦੇ ਇਸ ਬਾਰੇ ਸੋਚਿਆ ਹੈ? ਮੈਂ ਇਸ ਹਫ਼ਤੇ ਹੰਨਾ ਦੇ ਬਾਰੇ ਸੋਚਿਆ, ਜਿਸ ਦਾ ਵਰਣਨ ਪੁਰਾਣੇ ਨੇਮ ਵਿੱਚ ਹੈ। ਇਸ ਕਹਾਣੀ ਦਾ ਵਰਣਨ ਸੈਮੂਅਲ ਦੇ ਪਹਿਲੇ ਅਧਿਆਏ ਵਿੱਚ ਹੈ ਅਤੇ ਕੁਝ ਇਸ ਤਰ੍ਹਾਂ ਹੈ। ਹੰਨਾ ਦੇ ਜੀਵਨ ਵਿੱਚ ਬਹੁਤ ਬੋਝ ਸੀ ਕਿਉਂਕਿ ਉਹ ਬਾਂਝ ਸੀ। ਪਰਮੇਸ਼ਰ ਨੇ ਉਸ ਦੀ ਕੁੱਖ ਨਹੀਂ ਖੋਲੀ ਸੀ ਤਾਂ ਕਿ ਉਹ ਇੱਕ ਬੱਚਾ ਲੈ ਸਕੇ। ਇੱਕ ਦਿਨ ਉਹ ਆਪਣੀ ਸਮੱਸਿਆ ਲਈ ਦੁਖੀ ਹੋ ਕੇ ਪ੍ਰਾਰਥਨਾ ਕਰ ਰਹੀ ਸੀ ਅਤੇ ਬਾਈਬਲ ਦੱਸਦੀ ਹੈ ਕਿ ਉਸ ਦਾ ਮੂੰਹ ਚੱਲ ਰਿਹਾ ਸੀ, ਪਰ ਸ਼ਬਦ ਬਾਹਰ ਨਹੀਂ ਆ ਰਹੇ ਸਨ। ਅਤੇ ਜਦ ਏਲੀ ਨੇ ਵੇਖਿਆ, ਜੋ ਇੱਕ ਜਾਜਕ ਸੀ, ਅਤੇ ਉਸ ਨੇ ਸੋਚਿਆ ਕਿ ਉਹ ਨਸ਼ੇ ਵਿੱਚ ਹੈ। ਜਦ ਉਸ ਨੇ ਉਸ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਦੱਸਿਆ ਕਿ ਉਹ ਇਸ ਲਈ ਦੁਖੀ ਹੈ ਕਿ ਉਸ ਦੀ ਕੋਈ ਔਲਾਦ ਨਹੀਂ, ਅਤੇ ਜਾਜਕ ਏਲੀ ਨੇ ਦੱਸਿਆ ਕਿ ਪਰਮੇਸ਼ਰ ਨੇ ਤੇਰੀ ਪ੍ਰਾਰਥਨਾ ਸੁਣ ਲਈ ਹੈ ਅਤੇ ਉਹ ਇੱਕ ਬੇਟੇ ਨੂੰ ਜਨਮ ਦੇਵੇਗੀ। ਅਤੇ ਹੰਨਾ ਖੁਸ਼ੀ ਨਾਲ ਇੰਨੀ ਉਤੇਜਿਤ ਹੋ ਗਈ ਕਿ ਉਸ ਨੇ ਆਖਿਆ, ਜੇ ਇਸ ਤਰ੍ਹਾਂ ਹੁੰਦਾ ਹੈ ਤਾਂ ਉਹ ਇਸ ਬੱਚੇ ਨੂੰ ਪਰਮੇਸ਼ਰ ਨੂੰ ਵਾਪਸ ਕਰ ਦੇਵੇਗੀ। ਆਓ ਵੇਖੀਏ ਪਹਿਲਾ ਸੈਮੂਅਲ ਪਹਿਲਾ ਅਧਿਆਇ 11 ਵਚਨ। ਜੇ ਤੂੰ ਆਪਣੀ ਟਹਿਲਣ ਨੂੰ ਪੁੱਤਰ ਦੇਵੇਂ ਤਾਂ ਮੈਂ ਉਹ ਯਹੋਵਾ ਨੂੰ ਜਿੰਨਾ ਚਿਰ ਉਹ ਜਿਉਂਦਾ ਰਹੇ ਦੇ ਦਿਆਂਗੀ। ਅਤੇ ਜਦ ਸੈਮੂਅਲ ਪੈਦਾ ਹੋ ਗਿਆ, ਉਹ ਉਸ ਨੂੰ ਜਾਜਕ ਕੋਲ ਲੈ ਗਈ। ਅਤੇ ਪਹਿਲਾ ਸੈਮੂਅਲ 1 ਅਧਿਆਇ 28 ਵਚਨ ਇਸ ਤਰ੍ਹਾਂ ਦੱਸਦੇ ਹਨ, ਇਸ ਲਈ ਮੈਂ ਵੀ ਇਹ ਯਹੋਵਾ ਨੂੰ ਦੇ ਦਿੱਤਾ ਹੈ, ਜਿੰਨਾ ਚਿਰ ਉਹ ਜਿਉਂਦਾ ਹੈ ਯਹੋਵਾ ਦਾ ਹੀ ਰਹੇਗਾ। ਇਹ ਹੀ ਇੱਕ ਮੁੱਦਾ ਹੈ ਜਿਸ ਦੇ ਪ੍ਰਤੀ ਸਾਨੂੰ ਸਮਝ ਲੈਣਾ ਚਾਹੀਦਾ ਹੈ। ਕਿਉਂਕਿ ਅਸੀਂ ਮਸੀਹੀ ਹਾਂ, ਸਾਨੂੰ ਚਾਹੀਦਾ ਕਿ ਅਸੀਂ ਆਪਣੇ ਬੱਚਿਆਂ ਨੂੰ ਵਾਪਸ ਪਰਮੇਸ਼ਰ ਨੂੰ ਦੇ ਦਈਏ। ਅਸੀਂ ਇੱਕ ਆਮ ਤਰੀਕੇ ਨਾਲ ਤਾਂ ਇਸ ਨੂੰ ਕਰਦੇ ਹੀ ਹਾਂ। ਜਦ ਮਾਂ-ਬਾਪ ਆਪਣੇ ਬੱਚੇ ਸਾਡੇ ਕੋਲ ਲੈ ਕੇ ਆਉਂਦੇ ਹਨ ਅਤੇ ਅਸੀਂ ਪ੍ਰਾਰਥਨਾ ਕਰਦੇ ਹਾਂ, ਮਾਂ-ਬਾਪ ਅਤੇ ਬੱਚਿਆਂ ਨੂੰ ਪਰਮੇਸ਼ਰ ਅੱਗੇ ਸਮਰਪਿਤ ਕਰਦੇ ਹਾਂ। ਪਰ ਮੈਂ ਅਕਸਰ ਬੜਾ ਹੈਰਾਨ ਹੁੰਦਾ ਹਾਂ ਜਦ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਉਹਨਾਂ ਦੇ ਮਾਂ-ਬਾਪ ਕਿ ਇਸ ਗੱਲ ਨੂੰ ਸਮਝਦੇ ਹਨ ਕਿ ਬੱਚਿਆਂ ਨੂੰ ਪਰਮੇਸ਼ਰ ਕੋਲ ਵਾਪਸ ਕਰਨ ਦਾ ਕੀ ਮਤਲਬ ਹੁੰਦਾ ਹੈ, ਜੋ ਵੱਧ ਰਹੇ ਹੁੰਦੇ ਹਨ ਅਤੇ ਆਪਣਾ ਜੀਵਨ ਜਿਉਣ ਲਈ ਤਿਆਰ ਹੋ ਰਹੇ ਹੁੰਦੇ ਹਨ। ਜਦ ਉਹਨਾਂ ਦੇ ਬੱਚਿਆਂ ਨੂੰ ਪੰਖ ਲੱਗ ਜਾਂਦੇ ਹਨ ਕਿ ਉਹ ਇਸ ਤਰ੍ਹਾਂ ਕਹਿ ਸਕਣਗੇ, "ਉਹ ਪਰਮੇਸ਼ਰ, ਅਸੀਂ ਆਪਣੇ ਬੱਚੇ ਤੇਰੇ ਹਵਾਲੇ ਕਰਦੇ ਹਾਂ ਅਤੇ ਅਸੀਂ ਆਪਣੇ ਬੱਚੇ ਪੂਰੀ ਤਰ੍ਹਾਂ ਤੈਨੂੰ ਦਿੰਦੇ ਹਾਂ। ਸਾਡੀ ਸੋਚ ਹੀ ਸਭ ਕੁਝ ਹੈ। ਸਾਨੂੰ ਪਰਮੇਸ਼ਰ ਵੱਲੋਂ 20 ਸਾਲ ਮਿਲੇ ਕਿ ਅਸੀਂ ਬੱਚਿਆਂ ਲਈ ਸਹੀ ਪ੍ਰਬੰਧ ਕਰੀਏ ਅਤੇ ਹੁਣ ਆਪਣੇ ਬੱਚੇ ਉਸ ਦੇ ਹਵਾਲੇ ਕਰ ਦਈਏ ਅਤੇ ਇਸ ਦੌਰਾਨ ਆਪਣੀ ਲਗਾਈ ਹੋਈ ਪੂੰਜੀ ਉਸ ਦੇ ਹਵਾਲੇ ਕਰ ਦਈਏ। ਨੰਬਰ 2, ਦੇਰ ਨਾਲ ਕੀਤੀ ਗਈ ਪ੍ਰਤੀਕਿਰਿਆ ਮਾਂ-ਬਾਪ ਲਈ ਦੁਖਦਾਇਕ ਹੁੰਦੀ ਹੈ। ਆਓ ਹੁਣ ਮੈਂ ਤੁਹਾਨੂੰ ਦੂਸਰਾ ਨਿਯਮ ਦਵਾਂ। ਮੈਂ ਵਿਸ਼ਵਾਸ ਕਰਦਾ ਹਾਂ ਕਿ ਮੈਂ ਇਸ ਨੂੰ ਚੰਗੀ ਤਰ੍ਹਾਂ ਦੱਸਾਂਗਾ। ਨਿਯਮ ਨੰਬਰ 2 ਇਸ ਤਰ੍ਹਾਂ ਦੱਸਦਾ ਹੈ, ਜੇ ਮਾਂ-ਬਾਪ ਸਮੇਂ ਨਾਲ ਪ੍ਰਤੀਕਿਰਿਆ ਨਹੀਂ ਕਰਦੇ ਤਾਂ ਉਹਨਾਂ ਨੂੰ ਦੁਖੀ ਹੋਣਾ ਪੈਂਦਾ ਹੈ। ਤੁਸੀਂ ਜਾਣਦੇ ਹੋ, ਮਾਂ-ਬਾਪ ਲਈ ਔਖੀ ਘੜੀ ਤਦ ਹੁੰਦੀ ਹੈ ਜਦ ਉਹ ਆਪਣੇ ਜੀਵਨ ਵਿੱਚ ਬਹੁਤ ਵਿਅਸਤ ਹੁੰਦੇ ਹਨ। ਕੀ ਕਦੇ ਤੁਸੀਂ ਇਸ ਨੂੰ ਧਿਆਨ ਨਾਲ ਵੇਖਿਆ ਹੈ? ਠੀਕ ਉਸ ਵੇਲੇ ਜਦ ਅਸੀਂ ਆਪਣੇ ਜੀਵਨ ਦੀ ਸ਼ੁਰੂਆਤ ਕਰਦੇ ਹਾਂ, ਠੀਕ ਉਸ ਵੇਲੇ ਜਦ ਅਸੀਂ ਆਪਣੇ ਛੋਟੇ ਜਿੰਨੇ ਘਰ ਵਿੱਚ ਜਾਂਦੇ ਹਾਂ, ਠੀਕ ਉਸ ਵੇਲੇ ਜਦ ਅਸੀਂ ਚਰਚ ਜਾਣਾ ਸ਼ੁਰੂ ਕਰਦੇ ਹਾਂ ਅਤੇ ਜਦ ਅਸੀਂ ਸੇਵਕਾਈ ਦੇ ਕੰਮ ਵਿੱਚ ਹੁੰਦੇ ਹਾਂ, ਠੀਕ ਉਸ ਵੇਲੇ ਜਦ ਸਾਡੇ ਜੀਵਨ ਵਿੱਚ ਤੇਜ਼ੀ ਨਾਲ ਹੋ ਰਿਹਾ ਹੁੰਦਾ ਹੈ। ਬੱਚੇ ਸਾਡੇ ਨਾਲ ਆਉਂਦੇ ਹਨ ਅਤੇ ਜੇ ਅਸੀਂ ਸਾਵਧਾਨ ਨਹੀਂ ਹੁੰਦੇ, ਵਿਸ਼ੇਸ਼ ਕਰਕੇ ਬੱਚਿਆਂ ਦੇ ਪਿਤਾ, ਅਸੀਂ ਆਖਦੇ ਹਾਂ, "ਮੈਂ ਆਪਣੇ ਬੱਚਿਆਂ ਨੂੰ ਬਾਅਦ ਵਿੱਚ ਸਮਝਾ ਦਿਆਂਗਾ।" ਅਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ, ਆਪਣੇ ਪਰਿਵਾਰ ਦੇ ਸ਼ੁਰੂਆਤ ਦੇ ਦਿਨਾਂ ਵਿੱਚ ਮੈਂ ਵੀ ਇਹ ਗਲਤੀ ਕੀਤੀ। ਮੈਂ ਤੁਹਾਡੇ ਵਿੱਚ ਕੁਝ ਲੋਕਾਂ ਨੂੰ ਪਹਿਲਾਂ ਹੀ ਇਸ ਬਾਰੇ ਦੱਸ ਚੁੱਕਾ ਹਾਂ। ਮੈਂ ਚਰਚ ਦੀ ਇਮਾਰਤ ਬਣਨ ਲਈ ਬਹੁਤ ਵਿਅਸਤ ਸੀ। ਚਰਚ ਦੀ ਸ਼ੁਰੂਆਤ 7 ਪਰਿਵਾਰਾਂ ਤੋਂ ਹੋਈ ਅਤੇ ਹਰੇਕ ਰਾਤ ਅਸੀਂ ਉੱਥੇ ਹੁੰਦੇ ਸੀ ਅਤੇ ਮੈਂ ਅਹਿਸਾਸ ਕੀਤਾ ਕਿ ਮੈਂ ਇਸ ਦੌਰਾਨ ਆਪਣੇ ਪਰਿਵਾਰ ਨੂੰ ਭੁੱਲ ਗਿਆ ਸੀ ਅਤੇ ਮੈਂ ਧੰਨਵਾਦ ਕਰਦਾ ਹਾਂ
ਕਿ ਸ਼ੁਰੂ ਵਿੱਚ ਹੀ ਮੈਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਅਤੇ ਮੈਂ ਫੈਸਲਾ ਕੀਤਾ ਸਭ ਤੋਂ ਪਹਿਲਾਂ ਮੈਂ ਆਪਣੇ ਪਰਿਵਾਰ ਦਾ ਧਿਆਨ ਕਰਾਂਗਾ। ਇਸ ਗੱਲ ਲਈ ਮੈਨੂੰ ਕਦੇ ਦੁੱਖ ਨਹੀਂ ਉਠਾਉਣਾ ਪਿਆ ਅਤੇ ਨਾ ਹੀ ਉਠਾਉਣਾ ਪਵੇਗਾ। ਜਦ ਮੇਰਾ ਸਭ ਤੋਂ ਵੱਡਾ ਬੇਟਾ ਡੇਵਿਡ ਨੇ ਕ੍ਰਿਸਚੀਅਨ ਹਾਈ ਸਕੂਲ ਤੋਂ ਗ੍ਰੈਜੂਏਸ਼ਨ ਕੀਤੀ ਤਾਂ ਅਸੀਂ ਘਾਹ ਦੀ ਫਿਸਲਣ ਪੱਟੀ ਤੇ ਬੈਠੇ ਹੋਏ ਸੀ। ਇੱਕ ਦਿਨ ਮੈਨੂੰ ਕੁਰਸੀ ਤੇ ਬੈਠੇ ਹੋਏ ਉਸ ਦਿਨ ਦੀ ਯਾਦ ਆ ਗਈ ਜਦ ਅਸੀਂ ਘਾਹ ਦੀ ਫਿਸਲਣ ਪੱਟੀ ਤੇ ਬੈਠੇ ਹੋਏ ਸੀ ਅਤੇ ਡੇਵਿਡ ਵੀ ਸਾਡੇ ਨਾਲ ਸੀ। ਤਦ ਮੈਂ ਕੁਝ ਕੁ ਆਪਣੀ ਪਤਨੀ ਦੇ ਕੰਨ ਵਿੱਚ ਹੌਲੀ ਜਿਹੀ ਆਖਿਆ, ਇਸ ਘੜੀ ਦੀ ਸਭ ਤੋਂ ਅੱਛੀ ਗੱਲ ਇਹ ਹੈ ਕਿ ਮੈਨੂੰ ਕੋਈ ਦੁੱਖ ਨਹੀਂ। ਇਸ ਗੱਲ ਦਾ ਮਤਲਬ ਇਹ ਨਹੀਂ ਕਿ ਮੈਂ ਆਪਣੀ ਵਡਿਆਈ ਕਰ ਰਿਹਾ ਹਾਂ, ਪਰ ਮੇਰਾ ਮਤਲਬ ਇਹ ਹੈ ਕਿ ਮੈਂ ਇੱਕ ਫੈਸਲਾ ਕੀਤਾ ਸੀ ਅਤੇ ਉਸ ਵਿੱਚ ਮੈਂ ਕੋਈ ਲਾਪਰਵਾਹੀ ਨਹੀਂ ਕੀਤੀ, ਜਿਸ ਦਾ ਨਤੀਜਾ ਮੈਂ ਆਪਣੇ ਬੇਟੇ ਵਿੱਚ ਵੇਖ ਰਿਹਾ ਹਾਂ। ਮੈਂ ਉਸ ਦੇ ਨਾਲ ਰਹਿੰਦਾ ਸੀ ਜਦ ਉਹ ਖੇਡਦਾ ਸੀ ਅਤੇ ਹਰੇਕ ਖਾਸ ਮੌਕੇ ਤੇ ਮੈਂ ਉਸ ਦੇ ਨਾਲ ਰਹਿੰਦਾ ਸੀ। ਕਈ ਵਾਰ ਮੈਨੂੰ ਪੂਰੀ ਰਾਤ ਸਫ਼ਰ ਵਿੱਚ ਬਿਤਾਉਣੀ ਪਈ ਅਤੇ ਕਈ ਵਾਰ ਮੈਂ ਆਪਣੀ ਮੀਟਿੰਗ ਨੂੰ ਰੱਦ ਕੀਤਾ ਕਿ ਮੈਂ ਉਸ ਨਾਲ ਰਹਿ ਸਕਾਂ ਅਤੇ ਮੈਂ ਦੂਜੀਆਂ ਚੀਜ਼ਾਂ ਨੂੰ ਨਹੀਂ ਆਖਿਆ ਤਾਂ ਕਿ ਉਸ ਨੂੰ ਹਾਂ ਕਹਿ ਸਕਾਂ। ਅਤੇ ਇਸ ਲਈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਕਦੇ ਵੀ ਦੁਖੀ ਨਹੀਂ ਹੋਵਾਂਗਾ। ਇਹ ਗੱਲ ਕਹਿਣਾ ਸਮਝਦਾਰੀ ਹੈ ਕਿ ਕੋਈ ਵਪਾਰੀ ਐਸਾ ਨਹੀਂ ਜੋ ਆਪਣੀ ਮੌਤ ਦੇ ਬਿਸਤਰ ਤੋਂ ਇੰਜ ਨਾ ਕਹੇ ਕਿ ਮੈਂ ਆਪਣਾ ਜ਼ਿਆਦਾ ਸਮੇਂ ਵਪਾਰ ਵਿੱਚ ਗੁਜ਼ਾਰਿਆ, ਪਰ ਉਹਨਾਂ ਵਿੱਚੋਂ ਬਹੁਤ ਸਾਰੇ ਇੰਜ ਵੀ ਕਹਿੰਦੇ ਹਨ, ਮੈਂ ਆਪਣਾ ਪਰਿਵਾਰ ਲਈ ਬਹੁਤ ਸਮੇਂ ਬਿਤਾਇਆ ਔਰ ਬਹੁਤ ਸਮੇਂ ਕੱਢਿਆ। ਇਸ ਲਈ ਮੈਂ ਦੱਸਣਾ ਚਾਹੁੰਦਾ ਹਾਂ ਕਿ ਉਸ ਵੇਲੇ ਜਦ ਤੁਸੀਂ ਕੁਝ ਕਰਦੇ ਹੋ, ਵੇਖੋ ਕਿ ਬੱਚੇ ਕੀ ਕਰਦੇ ਹੈ। ਜੇ ਤੁਸੀਂ ਇਸ ਤਰ੍ਹਾਂ ਕਰਨ ਵਿੱਚ ਦੇਰ ਕਰੋਗੇ ਤਾਂ ਦੁਖੀ ਹੋਵੋਗੇ। ਇਹ ਨਾ ਸੋਚੋ ਕਿ ਬਾਅਦ ਵਿੱਚ ਸਭ ਠੀਕ ਹੋ ਜਾਵੇਗਾ। ਜੇ ਹੁਣ ਨਹੀਂ ਹੋ ਰਿਹਾ, ਬਾਅਦ ਵਿੱਚ ਤੁਸੀਂ ਜੋ ਕਰਨਾ ਚਾਹੁੰਦੇ ਹੋ ਉਸ ਨੂੰ ਆਪਣੇ ਪਰਿਵਾਰ ਲਈ ਅੱਜ ਹੀ ਠੀਕ ਕਰ ਲਵੋ। ਨੰਬਰ 3, ਪਰਿਵਾਰ ਵਿੱਚ ਦੁੱਖ ਦਾ ਆਉਣਾ ਇੱਕ ਆਮ ਗੱਲ ਹੈ। ਅਤੇ ਹੁਣ ਤੀਸਰਾ ਨਿਯਮ, ਮੈਂ ਆਸ਼ਾ ਕਰਦਾ ਹਾਂ ਕਿ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਸਮਝ ਸਕੋਗੇ। ਮੇਰੇ ਇਸ ਸੰਦੇਸ਼ ਦੇ ਦੁਆਰਾ ਸਾਨੂੰ ਇਮਾਨਦਾਰੀ ਨਾਲ ਇਸ ਗੱਲ ਨੂੰ ਸਵੀਕਾਰ ਕਰ ਲੈਣਾ ਚਾਹੀਦਾ ਹੈ ਕਿ ਦੁੱਖ ਸਾਡੇ ਪਰਿਵਾਰਿਕ ਕਿਰਿਆ ਦਾ ਹੀ ਇੱਕ ਹਿੱਸਾ ਹੈ। ਔਰਤ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੀ ਹੈ ਕਿ ਇਹ ਕਿਸ ਤਰ੍ਹਾਂ ਸ਼ੁਰੂ ਹੁੰਦਾ ਹੈ। ਕਿ ਇਹ ਗੱਲ ਠੀਕ ਨਹੀਂ ਹੈ? ਦਰਦ ਨਾਲ। ਅਸੀਂ ਇਮਾਨਦਾਰ ਬਣੀਏ, ਇਹ ਦਰਦ ਨਾਲ ਸ਼ੁਰੂ ਹੁੰਦਾ ਹੈ ਅਤੇ ਦਰਦ ਨਾਲ ਹੀ ਖਤਮ ਹੁੰਦਾ ਹੈ। ਕਿ ਇਹ ਠੀਕ ਨਹੀਂ ਲੱਗਦਾ, ਪਰ ਇਹ ਇਸ ਤਰ੍ਹਾਂ ਹੀ ਹੈ। ਅਤੇ ਸਾਡੇ ਲਈ ਇਹ ਜ਼ਰੂਰੀ ਹੈ ਕਿ ਅਸੀਂ ਉਸ ਦਿਨ ਲਈ ਤਿਆਰ ਰਹੀਏ ਜਦ ਸਾਨੂੰ ਕੁਝ ਗੁਆਚਣ ਦਾ ਅਹਿਸਾਸ ਹੋਵੇਗਾ। ਅਤੇ ਤੁਸੀਂ ਜਾਣਦੇ ਹੋ ਕਿ ਜਦ ਤੱਕ ਸਾਡਾ ਪਹਿਲਾ ਬੱਚਾ ਕਾਲਜ ਨਹੀਂ ਜਾਂਦਾ, ਅਸੀਂ ਇਸ ਗੱਲ ਦਾ ਅਹਿਸਾਸ ਨਹੀਂ ਕਰਦੇ ਕਿ ਅਸੀਂ ਆਪਣਾ ਕਿੰਨਾ ਸਮੇਂ, ਕਿੰਨੀ ਸ਼ਕਤੀ ਅਤੇ ਕਿੰਨੀਆਂ ਭਾਵਨਾਵਾਂ ਨੂੰ ਖਰਚ ਕਰਦੇ ਹਾਂ। ਅਤੇ ਤਦ ਇੱਕ ਦਿਨ ਅਚਾਨਕ ਉਹ ਚਲੇ ਜਾਂਦੇ ਹਨ ਅਤੇ ਇੱਕ ਜਗ੍ਹਾ ਖਾਲੀ ਹੋ ਜਾਂਦੀ ਹੈ ਅਤੇ ਨਹੀਂ ਜਾਣਦੇ ਕਿ ਉਸ ਨੂੰ ਕਿਸ ਤਰ੍ਹਾਂ ਭਰੀਏ, ਕਿਉਂਕਿ ਉਹ ਵਿਅਕਤੀ ਜਿਸ ਲਈ ਅਸੀਂ ਆਪਣਾ ਬਹੁਤ ਸਮੇਂ ਖਰਚ ਕੀਤਾ ਹੁਣ ਨਹੀਂ ਹੈ। ਬੱਚਿਆਂ ਦੇ ਘਰ ਛੱਡ ਕੇ ਜਾਣ ਦੀ ਉਦਾਸੀ ਸਾਨੂੰ ਇਹ ਯਾਦ ਕਰਾਉਂਦੀ ਹੈ ਕਿ ਅਸੀਂ ਸਭ ਉਮਰ ਵਿੱਚ ਵੱਡੇ ਹੋ ਰਹੇ ਹਾਂ। ਇਹੀ ਕਾਰਨ ਹੈ ਪੂਰੇ ਜਗਤ ਵਿੱਚ ਮਾਂ-ਬਾਪ ਦੇ ਕੰਨ ਵਿੱਚ ਇੱਕ ਗੀਤ ਦੀ ਆਵਾਜ਼ ਇਸ ਤਰ੍ਹਾਂ ਆਉਂਦੀ ਹੈ, ਸੂਰਜ ਤੇ ਚੜ੍ਹਨਾ, ਸੂਰਜ ਦਾ ਡੁੱਬਣਾ। ਅਸੀਂ ਸਭ ਇਹ ਭਾਵਨਾ ਮਹਿਸੂਸ ਕਰਦੇ ਹਾਂ। ਅਸੀਂ ਜਾਣਦੇ ਹਾਂ ਕਿ ਇਸ ਦਾ ਕੀ ਮਤਲਬ ਹੈ। ਮੇਰੇ ਪਰਿਵਾਰ ਵਿੱਚ ਜੈਨ ਪਹਿਲਾ ਘਰ ਛੱਡ ਕੇ ਗਈ। ਮੈਂ ਉਸ ਨੂੰ ਨਿਊਯਾਰਕ ਵਿੱਚ ਵਰਲਡ ਆਫ ਲਾਈਫ ਬਾਈਬਲ ਇੰਸਟੀਚਿਊਟ ਲੈ ਕੇ ਗਿਆ ਸੀ ਅਤੇ ਮੈਂ ਇਸ ਸਫ਼ਰ ਨੂੰ ਕਦੇ ਨਹੀਂ ਭੁਲਾਵਾਂਗਾ। ਅਸੀਂ ਅਲਬਾਨੀ ਤੱਕ ਹਵਾਈ ਜਹਾਜ਼ ਵਿੱਚ ਗਏ, ਫਿਰ ਕਾਰ ਕਿਰਾਏ ਤੇ ਲਈ ਅਤੇ ਵਰਲਡ ਆਫ ਲਾਈਫ ਕੈਂਪਸ ਪਹੁੰਚਣ ਲਈ 90 ਮੀਲ ਦਾ ਸਫ਼ਰ ਕੀਤਾ। ਅਸੀਂ ਝੀਲ ਦੇ ਕਿਨਾਰੇ ਇੱਕ ਕੈਬਨ ਵਿੱਚ ਰਾਤ ਗੁਜ਼ਾਰੀ ਜੋ ਕੈਂਪ ਮੈਦਾਨ ਵਿੱਚ ਸੀ। ਉੱਥੇ ਬਹੁਤ ਠੰਡ ਸੀ ਅਤੇ ਹਵਾ ਵੀ ਚੱਲ ਰਹੀ ਸੀ। ਮੈਨੂੰ ਯਾਦ ਹੈ ਰਾਤ ਬਿਤਾ ਕੇ ਅਗਲੇ ਦਿਨ ਅਸੀਂ ਰਜਿਸਟ੍ਰੇਸ਼ਨ ਕਰਾਉਣ ਵਾਸਤੇ ਗਏ। ਅਸੀਂ ਕਸਰਤ ਘਰ ਵਿੱਚ ਗਏ। ਉਸ ਵਿੱਚ ਹਰੇਕ ਥਾਂ ਤੇ ਵੱਡੇ ਟੇਬਲ ਪਏ ਹੋਏ ਸਨ ਅਤੇ ਪੋਸਟਰ ਲੱਗਾ ਸੀ ਜੋ ਤੁਹਾਨੂੰ ਦੱਸਦਾ ਸੀ ਕਿ ਤੁਸੀਂ ਪਹਿਲਾਂ ਕਿੱਥੇ ਜਾਣਾ ਹੈ ਅਤੇ ਫਿਰ ਦੂਜੀ ਕਿਹੜੀ ਥਾਂ ਹੈ ਜਿੱਥੇ ਤੁਸੀਂ ਜਾਣਾ ਹੈ। ਇਸ ਚੀਜ਼ ਨੇ ਮੈਨੂੰ ਉਲਝਾ ਦਿੱਤਾ ਅਤੇ ਮੈਂ ਸੋਚਿਆ ਮੇਰੀ ਬੇਟੀ ਨੂੰ ਅਕਸਰ ਮੇਰੀ ਸਹਾਇਤਾ ਦੀ ਜ਼ਰੂਰਤ ਹੁੰਦੀ ਹੈ ਅਤੇ ਹੁਣ ਵੀ ਉਹ ਮੇਰੀ ਸਹਾਇਤਾ ਲੈਣ ਜਾ ਰਹੀ ਹੈ। ਅਤੇ ਮੈਂ ਆਖਿਆ, ਤੂੰ ਚਾਹੁੰਦੀ ਹੈ ਕਿ ਰਜਿਸਟ੍ਰੇਸ਼ਨ ਕਰਾਉਣਾ ਮੈਂ ਤੇਰੇ ਨਾਲ ਚਲਾ ਜਾਵਾਂ? ਉਸ ਨੇ ਆਖਿਆ, ਨਹੀਂ, ਮੈਂ ਸੋਚਦੀ ਹਾਂ ਮੈਂ ਆਪ ਹੀ ਕਰਾ ਲਵਾਂਗੀ। ਇਸ ਲਈ ਉਹ ਰਜਿਸਟ੍ਰੇਸ਼ਨ ਕਰਾਉਣ ਲਈ ਚਲੀ ਗਈ। ਤੁਸੀਂ ਜਾਣਦੇ ਹੋ ਮੈਂ ਕੀ ਕਰ ਰਿਹਾ ਸੀ? ਮੈਂ ਤਦ ਤੱਕ ਉੱਥੇ ਇੰਤਜ਼ਾਰ ਕੀਤਾ ਜਦ ਤੱਕ ਉਹ ਰਜਿਸਟ੍ਰੇਸ਼ਨ ਕਰਾ ਕੇ ਵਾਪਸ ਨਹੀਂ ਆਈ।
ਫਿਰ ਅਸੀਂ ਦੁਪਹਿਰ ਦਾ ਖਾਣਾ ਇਕੱਠੇ ਖਾਧਾ ਅਤੇ ਫਿਰ ਮੈਂ ਉਸ ਨੂੰ ਛੱਡ ਕੇ ਵਾਪਸ ਆ ਗਿਆ। ਮੈਂ ਆਪਣੀ ਕਾਰ ਵਿੱਚ ਬੈਠਾ ਅਤੇ 90 ਮੀਲ ਵਾਪਸ ਅਲਬਾਨੀ ਤੱਕ ਸਫ਼ਰ ਕੀਤਾ ਅਤੇ ਮੈਨੂੰ ਇਹ ਸਫ਼ਰ ਯਾਦ ਹੈ ਅਤੇ ਉਹ ਉਦਾਸੀ ਜੋ ਮੈਂ ਦਿਲ ਵਿੱਚ ਮਹਿਸੂਸ ਕਰ ਰਿਹਾ ਸੀ ਉਹ ਵੀ ਯਾਦ ਹੈ। ਇਹ ਸਵੇਰ ਦੇ 4 ਵਜੇ ਦਾ ਸਮੇਂ ਸੀ ਜਦ ਡੇਵਿਡ ਗਿਆ। ਮੇਰਾ ਮਤਲਬ ਹੈ ਜਦ ਤੁਸੀਂ ਸਵੇਰੇ 4 ਵਜੇ ਜਾਣਾ ਹੋਵੇ ਤਾਂ ਰਾਤੀ ਨੀਂਦ ਨਹੀਂ ਆਉਂਦੀ ਅਤੇ ਮੈਂ ਵੀ ਸਾਰੀ ਰਾਤ ਨਹੀਂ ਸੌ ਸਕਿਆ। ਉਹ ਅਤੇ ਉਸ ਦੇ ਦੋਸਤ ਸਾਰੇ ਸਮਾਨ ਨੂੰ ਇਕੱਠਾ ਕਰਕੇ 4 ਵਜੇ ਸਵੇਰੇ ਉਸ ਨੂੰ ਦੇ ਦਿੱਤਾ। ਉਹ ਲਿਬਰਟੀ ਯੂਨੀਵਰਸਿਟੀ ਵਾਸਤੇ ਚੱਲ ਪਏ ਜਿੱਥੇ ਉਹ ਫੁੱਟਬਾਲ ਖੇਡਣ ਵਾਸਤੇ ਜਾ ਰਹੇ ਸਨ। ਮੈਂ ਬਾਹਰ ਖੜਾ ਸੀ ਅਤੇ ਅਸੀਂ ਉਹਨਾਂ ਨੂੰ ਗੁੱਡ ਬਾਏ ਆਖਿਆ ਅਤੇ ਮੈਂ ਤੁਹਾਨੂੰ ਦੱਸਦਾ ਹਾਂ, ਜਦ ਮੈਂ ਟਰੱਕ ਨੂੰ ਆਪਣੇ ਘਰ ਤੋਂ ਪਹਾੜ ਥੱਲੇ ਜਾਂਦਾ ਵੇਖਿਆ ਜਿਸ ਨੇ 2700 ਮੀਲ ਦੂਰ ਸਾਡੇ ਘਰ ਤੋਂ ਜਾਣਾ ਸੀ, ਮੈਂ ਇਮਾਨਦਾਰੀ ਨਾਲ ਇਸ ਗੱਲ ਨੂੰ ਸਵੀਕਾਰ ਕਰਦਾ ਹਾਂ, ਮੈਂ ਹੌਕੇ ਭਰਨ ਲੱਗ ਪਿਆ ਅਤੇ ਆਪਣੇ ਆਪ ਨੂੰ ਰੋਕ ਨਾ ਸਕਿਆ ਅਤੇ ਅੰਤ ਵਿੱਚ ਮੈਂ ਘਰ ਦੇ ਅੰਦਰ ਆ ਕੇ ਕੱਪੜਾ ਲੈ ਕੇ ਸੌ ਗਿਆ। ਪਰ ਇੱਥੇ ਹੀ ਗੱਲ ਦਾ ਅੰਤ ਨਹੀਂ ਹੋਇਆ। ਮੈਂ ਕਈ ਵਾਰ ਉਸ ਦਰਦ ਅਤੇ ਦੁੱਖ ਨੂੰ ਮਹਿਸੂਸ ਕਰਦਾ ਸੀ ਜਿਸ ਦੀ ਮੈਂ ਆਸ਼ਾ ਨਹੀਂ ਕੀਤੀ ਸੀ। ਮੈਂ ਇੱਕ ਲੰਬੀ ਟਰੈਕ ਤੇ ਜੌਗਿੰਗ ਕਰ ਰਿਹਾ ਸੀ। ਇਹ 5 ਮੀਲ ਦਾ ਸਫ਼ਰ ਸੀ ਅਤੇ ਮੈਨੂੰ ਯਾਦ ਆ ਗਿਆ ਕਿ ਮੈਂ ਪਹਿਲਾ ਵਾਰ ਡੇਵਿਡ ਦੇ ਪਿੱਛੇ-ਪਿੱਛੇ ਜੌਗਿੰਗ ਕਰ ਰਿਹਾ ਸੀ ਅਤੇ ਮੈਂ ਹਾਫਣ ਲੱਗ ਪਿਆ ਸੀ। ਮੈਂ ਰੁਕਣ ਲਈ ਡਰ ਗਿਆ ਸੀ ਕਿ ਮੈਨੂੰ ਕੋਈ ਵੇਖ ਨਾ ਲਵੇ। ਮੈਨੂੰ ਫਿਰ ਉਸ ਦੀ ਯਾਦ ਆ ਗਈ ਅਤੇ ਦੁੱਖ ਨਾਲ ਭਰ ਗਿਆ। ਜਦ ਸਾਡੇ ਬੱਚੇ ਘਰ ਛੱਡ ਕੇ ਜਾਂਦੇ ਹਨ ਤਾਂ ਅਸੀਂ ਦੁੱਖ ਨਾਲ ਭਰ ਜਾਂਦੇ ਹਾਂ। ਤਦ ਮੇਰੀ ਛੋਟੀ ਬੇਟੀ ਜੈਨੀਫਰ ਕਾਲਜ ਵਿੱਚ ਗਈ ਅਤੇ ਇਹ ਇਸ ਤਰ੍ਹਾਂ ਹੋਇਆ, ਅਸੀਂ ਲਿਡਫਰ ਫੀਲਡ ਗਏ, ਉਸ ਦੀ ਮਾਂ ਅਤੇ ਮੈਂ ਅਤੇ ਜੈਨੀਫਰ। ਦੋਨਾ ਅਤੇ ਜੈਨੀਫਰ ਵਿਚਾਰ ਕਰ ਰਹੀ ਸੀ ਕਿ ਉਹ ਇੱਕ ਹਫ਼ਤੇ ਲਈ ਵਾਪਸ ਚਲੇ ਜਾਣ ਕਿਉਂ ਜੋ ਸਕੂਲ ਖੋਲ੍ਹਣ ਵਿੱਚ ਅਜੇ ਸਮੇਂ ਸੀ ਤਾਂ ਕਿ ਉਹ ਜਾ ਕੇ ਸਰਦੀ ਦੇ ਕੱਪੜੇ ਖਰੀਦ ਸਕਣ ਕਿਉਂਕਿ ਉੱਥੇ ਕੱਪੜੇ ਬਹੁਤ ਸਸਤੇ ਹੁੰਦੇ ਸਨ ਜਿਨ੍ਹਾਂ ਦੀ ਜ਼ਰੂਰਤ ਜੈਨੀਫਰ ਨੂੰ ਪੈਣੀ ਸੀ। ਮੈਂ ਇਸ ਬਾਰੇ ਕਦੇ ਇਸ ਤਰ੍ਹਾਂ ਸੋਚਿਆ ਨਹੀਂ ਸੀ, ਪਰ ਮੈਂ ਉਹਨਾਂ ਨੂੰ ਹਵਾਈ ਅੱਡੇ ਤੇ ਲੈ ਗਿਆ ਅਤੇ ਅਸੀਂ ਪ੍ਰਾਰਥਨਾ ਕੀਤੀ। ਮੈਂ ਦੋਨਾਂ ਨੂੰ ਗਲੇ ਲਗਾਇਆ ਅਤੇ ਚੁੰਮਿਆ ਅਤੇ ਗੁੱਡ ਬਾਏ ਆਖਿਆ। ਤਦ ਫਿਰ ਦੋਵੇਂ ਹਵਾਈ ਜਹਾਜ਼ ਵਿੱਚ ਚਲੇ ਗਏ ਅਤੇ ਮੈਨੂੰ ਉੱਥੇ ਇਕੱਲਾ ਛੱਡ ਦਿੱਤਾ। ਮੈਂ ਸੋਚਿਆ ਇਹ ਠੀਕ ਨਹੀਂ ਹੈ ਅਤੇ ਮੈਂ ਘਰ ਆ ਗਿਆ ਅਤੇ ਇਹ ਸੋਚਣ ਲੱਗ ਪਿਆ ਕਿ ਇਹ ਕਿਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਉਹ ਲੋਕ ਜਿਨ੍ਹਾਂ ਨੂੰ ਤੁਸੀਂ ਪਿਆਰ ਕਰਦੇ ਹੋ ਅਤੇ ਉਹਨਾਂ ਲਈ ਸਮੇਂ ਖਰਚ ਕੀਤਾ ਹੁੰਦਾ ਹੈ, ਜਦ ਉਹ ਤੁਹਾਨੂੰ ਛੱਡ ਕੇ ਆਪਣੇ ਕੰਮਾਂ ਲਈ ਦੂਰ ਚਲੇ ਜਾਂਦੇ ਹਨ। ਪਿਛਲੀ ਜੁਲਾਈ 1999 ਨੂੰ ਜਦ ਮੇਰੇ ਤੇ ਬੀਤਣੀਆਂ ਸ਼ੁਰੂ ਹੋਈਆਂ ਕਿਉਂ ਜੋ ਮੈਂ ਇੱਕ ਬਾਪ ਸੀ, ਮੈਨੂੰ ਯਾਦ ਹੈ ਕਿ ਮੈਨੂੰ ਡਾਕ ਦੁਆਰਾ ਜੇਮਸ ਡੌਮਸਨ ਦੁਆਰਾ ਲਿਖੀ ਹੋਈ ਚਿੱਠੀ ਮਿਲੀ। ਉਸ ਨੇ ਮੇਰੇ ਵਿਚਾਰਾਂ ਵਿੱਚ ਇੱਕ ਬਹੁਤ ਹੀ ਜ਼ਿਆਦਾ ਦੁਖਦਾਈ ਗੱਲ ਲਿਖੀ ਹੋਈ ਸੀ। ਸੱਚ ਗੱਲ ਤਾਂ ਇਹ ਹੈ, ਉਹ ਚਿੱਠੀ ਹੁਣ ਵੀ ਮੇਰੇ ਕੋਲ ਹੈ। ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣਾ ਨਹੀਂ ਚਾਹੁੰਦਾ ਕਿਉਂਕਿ ਮੈਂ ਨਹੀਂ ਪੜ੍ਹ ਸਕਦਾ, ਪਰ ਉਸ ਨੇ ਜੋ ਇਸ ਵਿੱਚ ਕਹਾਣੀ ਲਿਖੀ ਉਹ ਇਸ ਦਿਨ ਦੇ ਬਾਰੇ ਹੈ ਜਦ ਉਸ ਦਾ ਬੇਟਾ ਕਾਲਜ ਗਿਆ। ਇਸ ਦੇ ਇਲਾਵਾ ਉਹ ਇੰਜ ਲਿਖਦਾ ਹੈ, ਮੈਂ ਗੱਡੀ ਚਲਾਉਂਦਾ ਹੋਇਆਂ ਉਤਰਾਈ ਵੱਲ ਜਾ ਰਿਹਾ ਸੀ ਜਦ ਇੱਕ ਅਣਹੋਣੀ ਦੁੱਖ ਦੀ ਹਵਾ ਮੇਰੇ ਉੱਤੇ ਆਈ। ਮੈਂ ਸੋਚਿਆ ਮੈਂ ਉਸ ਨੂੰ ਜਾਂਦਾ ਹੋਇਆ ਨਹੀਂ ਵੇਖ ਸਕਾਂਗਾ। ਇਸ ਦਾ ਅਰਥ ਇਹ ਨਹੀਂ ਕਿ ਮੈਂ ਡਰ ਗਿਆ ਸੀ ਜਾਂ ਆਉਣ ਵਾਲੇ ਭਵਿੱਖ ਨੂੰ ਨਹੀਂ ਜਾਣਦਾ ਸੀ। ਨਹੀਂ, ਮੈਂ ਉਸ ਸਮੇਂ ਲਈ ਦੁਖੀ ਸੀ ਜੋ ਮੇਰੇ ਹੱਥੋਂ ਨਿਕਲ ਰਿਹਾ ਸੀ, ਜੋ ਮੇਰੇ ਜੀਵਨ ਦਾ ਸੁਨਹਿਰੀ ਸਮੇਂ ਸੀ ਜਦ ਮੇਰੇ ਬੱਚਿਆਂ ਦੀ ਆਵਾਜ਼ ਮੇਰੇ ਘਰ ਵਿੱਚ ਗੂੰਜਦੀ ਸੀ। ਦੋਸਤੋ, ਕਿਸੇ ਵੀ ਪਰਿਵਾਰ ਦੇ ਵਿੱਚ ਉਸ ਦਾ ਇੱਕ ਮੈਂਬਰ ਇੱਕ ਦੂਜੇ ਨਾਲ ਬੜੇ ਗਹਿਰੇ ਤਰੀਕੇ ਨਾਲ ਜੁੜਿਆ ਹੋਇਆ ਹੁੰਦਾ ਹੈ। ਖਾਸ ਕਰਕੇ ਮਾਤਾ ਪਿਤਾ ਬੜੇ ਹੀ ਭਾਵਨਾਤਮਕ ਤਰੀਕੇ ਨਾਲ ਆਪਣੇ ਬੱਚਿਆਂ ਦੇ ਨਾਲ ਜੁੜੇ ਹੋਏ ਹੁੰਦੇ ਹਨ। ਪਰ ਉਦੋਂ ਕੀ ਹੁੰਦਾ ਹੈ ਜਦੋਂ ਤੁਸੀਂ ਜਿਨ੍ਹਾਂ ਬੱਚਿਆਂ ਦਾ 20-25 ਸਾਲਾਂ ਤੱਕ ਪਾਲਣ ਪੋਸ਼ਣ ਕੀਤਾ ਹੁੰਦਾ ਹੈ, ਉਹਨਾਂ ਦੀ ਦੇਖਭਾਲ ਕੀਤੀ ਹੁੰਦੀ ਹੈ, ਹੁਣ ਉਹ ਤੁਹਾਨੂੰ ਛੱਡ ਕੇ ਤੁਹਾਡੇ ਤੋਂ ਬਹੁਤ ਦੂਰ ਚਲੇ ਜਾਂਦੇ ਹਨ। ਜਦੋਂ ਤੁਸੀਂ ਆਪਣੇ ਬੱਚਿਆਂ ਨੂੰ ਆਪਣੇ ਘਰ ਦੇ ਵਿੱਚ ਆਪਣੇ ਆਲੇ ਦੁਆਲੇ ਨਹੀਂ ਵੇਖਦੇ ਤਾਂ ਤੁਹਾਨੂੰ ਕਿਹੋ ਜਿਹਾ ਮਹਿਸੂਸ ਹੁੰਦਾ ਹੈ? ਪਰਿਵਾਰ ਦੇ ਵਿੱਚ ਖਾਲੀਪਨ ਦੇ ਇਸ ਬਦਲਾਵ ਨੂੰ ਤੁਸੀਂ ਕਿਵੇਂ ਲੈਂਦੇ ਹੋ? ਦੋਸਤੋ, ਅਜਿਹੀ ਹੀ ਕੁਝ ਪਰਿਸਥਿਤੀਆਂ ਨੂੰ ਅਸੀਂ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੇਖਿਆ। ਅਸੀਂ ਜਾਣਿਆ ਕਿ C.S. ਲੂਇਸ ਆਪਣੀ ਇੱਕ ਪੁਸਤਕ ਦੇ ਵਿੱਚ ਲਿਖਦੇ ਹਨ ਕਿ ਸਮੇਂ ਦੇ ਵਿੱਚ ਰਹਿਣ ਦਾ ਮਤਲਬ ਹੈ ਬਦਲਾਓ, ਕਿਉਂਕਿ ਸਮਾਂ ਬਦਲ ਰਿਹਾ। ਦੋਸਤੋ, ਇਹ ਉਸ ਬਦਲਾਵ ਬਾਰੇ ਹੈ
ਜਿਸ ਦਾ ਹਰੇਕ ਪਰਿਵਾਰ ਦੇ ਵਿੱਚ ਮਾਤਾ ਪਿਤਾ ਸਾਹਮਣਾ ਕਰਦੇ ਹਨ। ਜਦੋਂ ਉਹਨਾਂ ਦੇ ਬੱਚੇ ਉਹਨਾਂ ਤੋਂ ਦੂਰ ਚਲੇ ਜਾਂਦੇ ਹਨ, ਉਹਨਾਂ ਦਾ ਕੋਈ ਵੀ ਕਾਰਨ ਹੋ ਸਕਦਾ ਹੈ। ਉਹ ਉੱਚੀ ਪੜ੍ਹਾਈ ਕਰਨ ਦੇ ਲਈ ਵਿਦੇਸ਼ ਜਾ ਸਕਦੇ ਆ, ਜਾਂ ਫਿਰ ਆਪਣੇ ਕੰਮਕਾਰਾਂ ਦੇ ਸਿਲਸਿਲੇ ਵਿੱਚ ਤੁਹਾਡੇ ਤੋਂ ਬਹੁਤ ਦੂਰ ਚਲੇ ਜਾਂਦੇ ਹਨ, ਜਾਂ ਫਿਰ ਉਹ ਵਿਆਹ ਸ਼ਾਦੀ ਕਰਵਾ ਕੇ ਤੁਹਾਡੇ ਤੋਂ ਦੂਰ ਚਲੇ ਜਾਂਦੇ ਹਨ। ਇਹ ਬਦਲਾਵ ਸਾਡੇ ਸਾਰਿਆਂ ਦੇ ਜੀਵਨ ਵਿੱਚ ਆਉਂਦਾ ਹੈ। ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਇਸ ਬਦਲਾਵ ਨੂੰ ਜਾਣਦੇ ਹੋਏ ਇਸ ਤੋਂ ਸੰਬੰਧਿਤ ਨਿਯਮਾਂ ਨੂੰ ਵੇਖਿਆ। ਅਸੀਂ ਜਾਣਿਆ ਕਿ ਦਰਸ਼ਨ ਹੀ ਸਭ ਕੁਝ ਹੈ। ਜਿਹੜੀ ਗਲਤੀ ਅਸੀਂ ਕਰਦੇ ਹਾਂ ਕਿ ਅਸੀਂ ਸੋਚ ਲੈਂਦੇ ਹਾਂ ਕਿ ਸਾਡੇ ਬੱਚੇ ਸਾਡੇ ਹੀ ਹਨ। ਅਸਲ ਦੇ ਵਿੱਚ ਬੱਚੇ ਪਰਮੇਸ਼ਰ ਵੱਲੋਂ ਦਿੱਤਾ ਗਿਆ ਵਰਦਾਨ ਹੈ। ਪਰਮੇਸ਼ਰ ਨੇ ਸਾਨੂੰ ਸਾਡੇ ਬੱਚਿਆਂ ਦੇ ਉੱਤੇ ਮਾਲਕ ਨਹੀਂ ਬਣਾਇਆ, ਪਰ ਮੁਖਤਿਆਰੀ ਦਿੱਤੀ ਹੈ। ਇਸ ਕਰਕੇ ਉਹਨਾਂ ਦਾ ਪਰਮੇਸ਼ਰ ਦੀ ਮਰਜ਼ੀ ਦੇ ਅਨੁਸਾਰ ਪਾਲਣ ਪੋਸ਼ਣ ਕਰਨਾ ਸਾਡੀ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੈ। ਇਸ ਤੋਂ ਬਾਅਦ ਅਸੀਂ ਦੂਜਾ ਨਿਯਮ ਸਿੱਖਿਆ ਕਿ ਦੇਰ ਨਾਲ ਦਿੱਤੀ ਪ੍ਰਤੀਕਿਰਿਆ ਅਕਸਰ ਦੁਖਦਾਈ ਹੁੰਦੀ ਹੈ। ਇਸ ਦਾ ਅਰਥ ਇਹ ਹੈ ਕਿ ਜੇਕਰ ਮਾਤਾ ਪਿਤਾ ਆਪਣੇ ਬੱਚਿਆਂ ਤੋਂ ਸੰਬੰਧਿਤ ਇਸ ਬਦਲਾਵ ਦੇ ਲਈ ਸਹੀ ਸਮੇਂ ਤੇ ਪ੍ਰਤੀਕਿਰਿਆ ਨਹੀਂ ਦਿੰਦੇ ਤਾਂ ਉਹਨਾਂ ਦਾ ਦੁਖੀ ਹੋਣਾ ਸੁਭਾਵਿਕ ਹੈ। ਤੀਜੇ ਬਦਲਾਵ ਦਾ ਨਿਯਮ ਸਾਨੂੰ ਦੱਸਦਾ ਹੈ ਕਿ ਪਰਿਵਾਰ ਦੇ ਵਿੱਚ ਦੁੱਖ ਦਾ ਆਉਣਾ ਇੱਕ ਆਮ ਗੱਲ ਹੈ। ਸਾਨੂੰ ਇਸ ਗੱਲ ਨੂੰ ਚੰਗੀ ਤਰ੍ਹਾਂ ਦੇ ਨਾਲ ਸਮਝ ਲੈਣਾ ਚਾਹੀਦਾ ਹੈ ਕਿ ਇਹ ਦਰਦ ਦੇ ਨਾਲ ਸ਼ੁਰੂ ਹੁੰਦਾ ਹੈ ਅਤੇ ਦਰਦ ਦੇ ਨਾਲ ਹੀ ਸਮਾਪਤ ਹੁੰਦਾ ਹੈ। ਦੋਸਤੋ, ਅਸੀਂ ਵਿਸ਼ਵਾਸ ਕਰਦੇ ਹਾਂ ਕਿ ਤੁਹਾਨੂੰ ਅੱਜ ਦਾ ਅਧਿਐਨ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ। ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਅਖੀਰ ਤੱਕ ਬਣੇ ਰਹਿਣ ਦੇ ਲਈ ਤੁਹਾਡਾ ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਪਰਮੇਸ਼ਰ ਤੁਹਾਨੂੰ ਬਹੁਤ ਬਰਕਤ ਦੇਵੇ। ਦੋਸਤੋ, ਅਸੀਂ ਬਦਲਾਵ ਦੀ ਇਸ ਵਿਸ਼ੇ ਦੇ ਉੱਤੇ ਆਪਣੀ ਸਿੱਖਿਆ ਨੂੰ ਅੱਗੇ ਵੀ ਜਾਰੀ ਰੱਖਾਂਗੇ। ਹੁਣ ਸਾਨੂੰ ਪ੍ਰੋਗਰਾਮ ਸਮਾਪਤ ਕਰਨ ਦੀ ਇਜਾਜ਼ਤ ਦਿਓ। ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਮੁਲਾਕਾਤ ਹੋਏਗੀ। ਆਓ ਪ੍ਰਾਰਥਨਾ ਕਰਦੇ ਹਾਂ। ਸਾਡੇ ਸੱਚੇ ਜਿੰਦਾ ਪਰਮੇਸ਼ਵਰ, ਸਾਡੇ ਨਾਲ ਪਿਆਰ ਕਰਨ ਵਾਲੇ ਪਰਮੇਸ਼ਵਰ, ਸਾਡੇ ਲਈ ਆਪਣੀ ਯੋਜਨਾ ਨੂੰ ਬਣਾਉਣ ਵਾਲੇ ਪਰਮੇਸ਼ਵਰ, ਯਿਸੂ ਮਸੀਹ ਜੀ ਦੇ ਨਾਂ 'ਚ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਅੱਜ ਇੱਕ ਵਾਰ ਫਿਰ ਤੋਂ ਸਾਨੂੰ ਇੱਕ ਅੱਛੀ ਸਿੱਖਿਆ ਦੇ ਨਾਲ ਤ੍ਰਿਪਤ ਕੀਤਾ। ਤੁਸੀਂ ਆਪਣੇ ਵਚਨ ਦੇ ਦੁਆਰਾ ਸਾਨੂੰ ਸਿਖਾਇਆ ਕਿ ਤੁਸੀਂ ਜਿਨ੍ਹਾਂ ਬੱਚਿਆਂ ਨੂੰ ਸਾਨੂੰ ਦਿੱਤਾ ਹੈ ਉਹਨਾਂ ਦੇ ਬਾਰੇ ਅਸੀਂ ਦੁਖੀ ਨਾ ਹੋਈਏ, ਕਿਉਂਕਿ ਪਿਤਾ ਪਰਮੇਸ਼ਰ ਉਹ ਸਾਡੇ ਬੱਚੇ ਨਹੀਂ ਬਲਕਿ ਤੁਹਾਡੇ ਦਿੱਤੇ ਗਏ ਵਰਦਾਨ ਹੈ ਔਰ ਤੁਸੀਂ ਚਾਹੁੰਦੇ ਹੋ ਕਿ ਉਹ ਤਰੱਕੀ ਕਰਨ। ਪਿਤਾ ਪਰਮੇਸ਼ਵਰ, ਬਹੁਤ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਅਸੀਂ ਆਪਣੇ ਪਰਿਵਾਰਾਂ 'ਚ ਆਪਣੇ ਬੱਚਿਆਂ ਨੂੰ ਇੰਨਾ ਜ਼ਿਆਦਾ ਪਿਆਰ ਕਰਨ ਲੱਗ ਜਾਂਦੇ ਹਾਂ ਕਿ ਜਦ ਸਮਾਂ ਆਉਂਦਾ ਕਿ ਉਹ ਸਾਡੇ ਤੋਂ ਜੁਦਾ ਹੋਣ ਤਾਂ ਅਸੀਂ ਇਸ ਦੁੱਖ ਨੂੰ ਸਹਿਣ ਨਹੀਂ ਕਰ ਸਕਦੇ। ਪਰ ਪ੍ਰਭੂ ਜੀ, ਤੁਸੀਂ ਸਾਨੂੰ ਇਸ ਗੱਲ ਨੂੰ ਸਿਖਾਇਆ ਕਿ ਪਿਤਾ ਪਰਮੇਸ਼ਵਰ, ਅਸੀਂ ਉਹਨਾਂ ਬੱਚਿਆਂ ਦੇ ਮਾਲਕ ਨਹੀਂ ਹਾਂ, ਅਸੀਂ ਉਹਨਾਂ ਦੇ ਮੁਖਤਿਆਰ ਹਾਂ। ਪਿਆਰੇ ਪਿਤਾ ਪਰਮੇਸ਼ਵਰ, ਅੱਛੀ ਸਿੱਖਿਆ ਦੇਣ ਲਈ ਤੁਸੀਂ ਸਾਨੂੰ ਇਸਤੇਮਾਲ ਕੀਤਾ, ਤੁਹਾਡਾ ਧੰਨਵਾਦ ਕਰਦੇ ਹਾਂ। ਪ੍ਰਭੂ, ਸਾਡੇ ਤੇ ਕਿਰਪਾ ਕਰੋ, ਅਸੀਂ ਇਸੇ ਤਰ੍ਹਾਂ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਤੁਹਾਡੀ ਮਰਜ਼ੀ ਦੇ ਮੁਤਾਬਿਕ ਕਰਦੇ ਰਹੀਏ। ਯਿਸੂ ਨਾਸਰੀ ਜੀ ਦੇ ਨਾਂ 'ਚ ਇਸ ਪ੍ਰਾਰਥਨਾ ਨੂੰ ਮੰਗਦੇ ਹਾਂ। ਆਮੀਨ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।